ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ 300 ਸਾਲਾ ਗੁਰਤਾ ਗੱਦੀ ਦਿਵਸ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਮਨਾਇਆ ਜਾ ਰਿਹਾ 2008 ਦੇ ਵਿੱਚ, ਔਰ 300 ਸਾਲਾ 10ਵੇਂ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ। ਸੋ ਆਪਾਂ ਇਸ ਦੋਨੋਂ ਜੋ ਗੁਰਪੁਰਬ ਨੇ ਮਹਾਨ ਸਾਡੇ ਪਵਿੱਤਰ ਗੁਰਪੁਰਬ, ਇਹਨਾਂ ਗੁਰਪੁਰਬਾਂ ਦੇ ਸੰਬੰਧ ਵਿੱਚ ਜੋ ਗੁਰੂ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਬਖਸ਼ਿਸ਼ ਕਰਕੇ ਜੋ ਅਰਥਾਂ ਦੀ ਟਕਸਾਲ ਪ੍ਰਾਰੰਭ ਕੀਤੀ ਸੀ, ਦਮਦਮੀ ਟਕਸਾਲ, ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ, ਤਾਂ ਉਦੋਂ ਜਿਹੜੀ ਮਰਿਆਦਾ ਸਤਿਗੁਰੂ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਅਤੇ ਸ੍ਰੀ ਦਮਦਮਾ ਸਾਹਿਬ ਜੋ ਮਰਿਆਦਾਵਾਂ ਬਖਸ਼ਿਸ਼ ਕੀਤੀਆਂ, ਉਸ ਤੋਂ ਬਾਅਦ ਫਿਰ ਸ੍ਰੀ ਹਜ਼ੂਰ ਸਾਹਿਬ ਜਾ ਕੇ ਜੋ ਜੋ ਖਾਲਸੇ ਨੂੰ ਸਿੱਖਿਆਵਾਂ ਦਿੱਤੀਆਂ, ਇਹ ਸਾਰੀਆਂ ਸਿੱਖਿਆਵਾਂ ਪਾਠ ਕਰਨ ਦੇ ਢੰਗ, ਅੰਮ੍ਰਿਤ ਛਕਾਉਣ ਦੀ ਵਿਧੀ, ਛਕਣ ਦੀ ਵਿਧੀ ਅਤੇ ਇਹਦੇ ਨਾਲ ਨਾਲ ਗੁਰਮਤਿ ਰਹਿਤ ਮਰਿਆਦਾ ਜਿੰਨੀ ਵੀ ਸੀ, ਅਤੇ ਪਾਠਾਂ ਦੇ ਵਿੱਚ ਜਿਹੜੇ ਭੇਦ ਸਨ ਤੇ ਪਾਠਾਂ ਦੇ ਵਿੱਚ ਵਿਸ਼ਰਾਮ, ਜਮਕੀਆਂ ਠਮਕੀਆਂ ਸਨ, ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਉਦਮ ਕਰਕੇ ਜਿਹੜੀ ਬਖਸ਼ਿਸ਼ ਕੀਤੀ ਸੀ ਮਰਿਆਦਾ ਦੀ, ਤਾਂ ਉਸ ਦੇ ਵਿੱਚ ਜਿਹੜੀ ਪੁਸਤਕ ਪੋਥੀ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ, ਉਹਦੇ ਵਿੱਚੋਂ ਇਹ ਗੁਰਬਾਣੀ ਪਾਠ ਦਰਪਣ, ਇਹਦੇ ਵਿੱਚੋਂ ਆਪਾਂ ਸਾਰੀ ਜਿੰਨੀ ਵੀ ਹੁਣ ਤੱਕ ਦੀ ਮਰਿਆਦਾ ਹੈ, ਜੋ ਬਖਸ਼ਿਸ਼ ਹੋਈ ਹੈ, ਉਹ ਮਰਿਆਦਾ ਸਾਰੀ ਸੰਗਤ ਦੇ ਅੱਗੇ ਰੱਖਾਂਗੇ। ਸੰਗਤ ਸਾਰੀ ਸ਼ਰਵਣ ਕਰੇਗੀ। ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ, ਬਖਸ਼ਿਸ਼ ਕੀਤੀ। 1765 ਬਿਕਰਮੀ 31 ਸੁਦੀ ਦੂਜ ਨੂੰ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ 5 ਸਿੰਘਾਂ ਨੂੰ ਤਾਬਿਆ ਖੜੇ ਕਰਕੇ ਆਪ ਜੀ ਨੇ ਸਾਰੇ ਪੰਥ ਨੂੰ ਆਗਿਆ ਕੀਤੀ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮਹਿਲੇ। ਸੋ ਉਹਨਾਂ 5 ਸਿੰਘਾਂ ਦੇ ਨਾਮ ਜੋ ਤਾਬਿਆ ਖੜੇ ਹੋਏ ਸਨ, ਭਾਈ ਗੁਰਬਖਸ਼ ਸਿੰਘ ਜੀ, ਸੋ ਜਿਨ੍ਹਾਂ ਦਾ ਸ਼ਹੀਦ ਗੰਜ ਅਕਾਲ ਤਖਤ ਸਾਹਿਬ ਦੇ ਪਿੱਛੇ ਹੈ। ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਮੁਕਾਬਲਾ ਕੀਤਾ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ, ਪਿਆਰਿਆਂ ਵਿੱਚੋਂ 5 ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਜੀ ਅਤੇ ਸੇਵਾਦਾਰ ਸ੍ਰੀ ਹਜ਼ੂਰ ਸਾਹਿਬ ਜੀ ਦੇ ਭਾਈ ਸੰਤੋਖ ਸਿੰਘ ਜੀ, ਪਹਿਲੇ ਹੈੱਡ ਪੁਜਾਰੀ ਹੋਏ ਨੇ ਭਾਈ ਹਰ ਸਿੰਘ ਜੀ, ਸਤਿਗੁਰੂ ਜੀ ਦੀ ਰੋਜ਼ ਜੋ ਡਾਇਰੀ ਲਿਖਿਆ ਕਰਦੇ ਸਨ। ਸੋ ਇਸ ਤਰ੍ਹਾਂ ਇਹਨਾਂ ਨੂੰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਬਖਸ਼ਿਸ਼ ਕੀਤੀ, ਉਦੋਂ ਤਾਬਿਆ ਖੜੇ ਹੋ ਕਰਕੇ ਫਿਰ ਬਖਸ਼ਿਸ਼ ਹੋਈ। ਇਹ 5 ਸਿੰਘ ਤਾਬਿਆ ਖੜੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਉਹ ਆਪਾਂ ਸ਼ਰਵਣ ਕਰਨ ਜਾ ਰਹੇ ਹਾਂ ਕਿ ਜਦੋਂ 5 ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ, ਉਦੋਂ ਜਿਹੜੀ ਸ਼ੁਭ ਸਿੱਖਿਆ ਮਿਲਦੀ ਹੈ, ਉਹਦੇ ਵਿੱਚ ਸਾਰੇ ਪ੍ਰਕਾਰ ਦੀ ਸਿੱਖਿਆ, ਜੇ ਬੜੇ ਦੇਰ ਤੋਂ ਮਨ ਦਾ ਫੁਰਨਾ ਸੀ ਸੰਗਤ ਵੱਲੋਂ ਵੀ ਕਈ ਵਾਰੀ ਬਚਨ ਹੋਏ ਸੀ, ਉਹ ਸਾਰਾ ਜਿਹੜਾ ਫੁਰਨਾ ਹੈ ਉਹ ਪੂਰਾ ਮਹਾਰਾਜ ਨੇ ਕਰਵਾਇਆ ਆਪ ਕਿਰਪਾ ਕਰਕੇ। ਤੋ ਆਪਾਂ ਸਾਰੇ ਜਣੇ ਇਸ ਵਿਚਾਰ ਨੂੰ ਕਰਾਂਗੇ ਕਿ ਕਿਸ ਪ੍ਰਕਾਰ ਬਖਸ਼ਿਸ਼ਾਂ ਕੀਤੀਆਂ ਨੇ ਮਹਾਰਾਜ ਜੀ ਨੇ।
ਸਭ ਤੋਂ ਪਹਿਲਾਂ ਜਿਹੜਾ ਹੈ ਜਨਮ ਸੰਸਕਾਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੰਸਾਰ ਦੇ ਅੰਦਰ ਪਰਮੇਸ਼ਰ ਨੇ ਐਸੀ ਨੇਤ ਰਚੀ ਹੈ, ਜਿਸ ਨੇਤ ਦੇ ਕਾਰਨ ਕਰਕੇ ਜੀਆਂ ਦਾ ਉਤਪਤ ਹੋਣਾ ਤੇ ਜੀਆਂ ਅੰਦਰ ਗੁਣ ਹੋਣੇ, ਇਹ ਸੁਭਾਵ ਸਭਨਾਂ ਦੇ ਅੰਦਰ ਪ੍ਰਬਲ ਵਰਤਦੇ ਨੇ। ਸੋ ਇਸ ਪ੍ਰਕਾਰ ਇਹਨਾਂ ਗੁਣਾਂ ਦਾ ਨਿਰਣਾ ਕਰਨ ਵਾਲੇ ਬਜ਼ੁਰਗਾਂ ਨੇ ਇਸ ਪ੍ਰਕਾਰ ਕਥਨ ਕੀਤਾ ਹੈ ਕਿ ਪਤੀ ਵਰਤਾ ਬੀਬੀ ਦੇ ਗੁਣ ਇਸ ਪ੍ਰਕਾਰ ਹੋਣੇ ਚਾਹੀਦੇ ਨੇ ਕਿ ਆਪਣੇ ਪਤੀ ਤੋਂ ਬਗੈਰ ਅਵਰਾ ਦੇਖ ਨਾ ਸੁਣਿਆ ਭੱਖ ਹੈ, ਹੋਰ ਕਿਸੇ ਪਤੀਆਂ ਦੀਆਂ ਗੱਲਾਂ ਨਾ ਸੁਣੇ, ਨਾ ਕਿਸੇ ਨਾਲ ਗੁਪਤ ਗੱਲਾਂ ਕਰੇ, ਨਾ ਗੁਪਤ ਕਿਸੇ ਦੇ ਰੂਪ ਵੱਲ ਦੇਖੇ, ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਦੇਖੇ। ਸੋ ਇਹਨਾਂ ਨੂੰ ਆਪਾਂ ਕਹਿੰਦੇ ਜਨਮ ਸੰਸਕਾਰ। ਇਹ ਪਹਿਲਾ ਸੰਸਕਾਰ ਆਪਣਾ। ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹਿ ਪ੍ਰਵਾਨਿਆ। ਇਸ ਪ੍ਰਕਾਰ ਦੇ ਗੁਣ ਜਿਨ੍ਹਾਂ ਬੀਬੀਆਂ ਵਿੱਚ ਹਨ ਉਹ ਪਤੀ ਵਰਤਾ ਧਰਮ ਵਾਲੀਆਂ ਨੇ। ਜਿਵੇਂ ਮਾਤਾ ਸੇਵਾ ਜੀ, ਜਿਸ ਦੇ ਨਾਮ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਾਈ ਸੇਵਾ ਬਾਜ਼ਾਰ ਹੈ। ਇਹ ਮਾਤਾ ਜੀ ਕਾਬਲ ਤੋਂ ਸ਼ਕਤੀ ਨਾਲ ਆਣ ਕੇ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਕਰਦੇ ਰਹੇ ਹੈ। ਇਹਦੇ ਵਿੱਚ ਐਡੇ ਵੱਡੇ ਗੁਣ ਵਡਿਆਈ ਸੀ ਕਿ ਕਾਬਲ ਤੋਂ ਹਰ ਰੋਜ਼ ਗੱਡੀ ਦੁਆਰਾ ਆਉਣਾ ਵੀ ਔਖਾ ਹੈ। ਇਹ ਮਾਤਾ ਜੀ ਵਿੱਚ ਪਤੀ ਵਰਤਾ ਕਰਕੇ, ਪਤੀ ਦੇ ਆਗਿਆਕਾਰੀ ਕਰਕੇ ਸ੍ਰੀ ਬੌਲੀ ਸਾਹਿਬ ਜੀ ਦੀ ਪਵਿੱਤਰ ਸੇਵਾ ਕਰਕੇ ਐਡੀ ਵੱਡੀ ਤਾਕਤ ਸੀ। ਕਾਬਲ ਵਿੱਚੋਂ ਸ਼ਕਤੀ ਨਾਲ ਹਰ ਰੋਜ਼ ਆ ਕੇ ਸੇਵਾ ਕਰਿਆ ਕਰਦੇ ਸੀ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ, ਬੀਬੀ ਸਿੱਖ ਸ਼ੰਕਾ ਕਰਦੇ ਨੇ ਕਿ ਮਾਈ ਸ਼ਾਮ ਨੂੰ ਗੁਪਤ ਹੋ ਜਾਂਦੀ, ਸਵੇਰੇ ਪ੍ਰਗਟ ਹੋ ਜਾਂਦੀ, ਸਾਰਿਆਂ ਨੂੰ ਦੱਸੋ। ਮਾਈ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀ, ਮੇਰੇ ਪਤੀ ਨੇ ਆਪ ਜੀ ਦੀ ਗੁਰਸਿੱਖੀ ਧਾਰਨ ਕੀਤੀ ਹੈ, ਮੈਂ ਵੀ ਆਪ ਜੀ ਦੀ ਸਿੱਖੀ ਧਾਰਨ ਕੀਤੀ ਹੈ। ਮੈਂ ਪਤੀ ਵਰਤ ਧਰਮ ਵਿੱਚ ਪੱਕੀ ਹਾਂ, ਮੈਂ ਪਤੀ ਦੀ ਆਗਿਆ ਹਮੇਸ਼ਾ ਮੰਨਦੀ ਹਾਂ। ਆਪ ਜੀ ਦਾ ਜਿਸ ਵਕਤ ਹੁਕਮਨਾਮਾ ਪੁੱਜਿਆ ਕਿ ਸੰਗਤਾਂ ਬੌਲੀ ਸਾਹਿਬ ਦੀ ਪਵਿੱਤਰ ਸੇਵਾ ਕਰਨ, ਮੈਂ ਹੁਕਮਨਾਮਾ ਸੁਣਿਆ, ਆਪਣੇ ਪਤੀ ਤੋਂ ਸੇਵਾ ਦੀ ਆਗਿਆ ਮੰਗੀ ਕਿ ਮੈਂ ਸ੍ਰੀ ਬੌਲੀ ਸਾਹਿਬ ਦੀ ਸੇਵਾ ਵਿੱਚ ਜਾਇਆ ਕਰਾਂਗੀ। ਇਹ ਸੁਣ ਕੇ ਉਹਨਾਂ ਮੈਨੂੰ ਆਗਿਆ ਦਿੱਤੀ। ਹੁਣ ਮੇਰੇ ਵਿੱਚ ਆਪ ਜੀ ਦੀ ਬਖਸ਼ਿਸ਼ ਐਡੀ ਸ਼ਕਤੀ ਹੈ, ਮੈਂ ਆਪ ਜੀ ਦੀ ਕਿਰਪਾ ਦੁਆਰਾ ਪਤੀ ਵਰਤਾ ਧਰਮ ਦੁਆਰਾ ਹਰ ਰੋਜ਼ ਕਾਬਲ ਤੋਂ ਆ ਜਾਂਦੀ ਹਾਂ, ਸੇਵਾ ਕਰਦੀ ਰਹਿੰਦੀ ਹਾਂ ਤੇ ਰਾਤ ਪਈ ਤੋਂ ਫਿਰ ਪਤੀ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਹਾਂ। ਇਹ ਮਹਾਰਾਜ ਗਰੀਬ ਨਵਾਜ ਜੀ ਪਤੀ ਵਰਤਾ ਧਰਮ ਕਰਕੇ ਮੇਰੇ 'ਚ ਇੰਨੀ ਤਾਕਤ ਹੋਈ ਹੈ। ਸੁਣ ਕੇ ਹਜ਼ੂਰ ਨੇ ਕਿਹਾ, ਬੀਬੀ ਇੱਕ ਹੋਰ ਵੀ ਸਤੀ ਹੋਈ ਹੈ ਜਿਹਨੇ ਆਪਣੇ ਪਤੀ ਵਰਤਾ ਧਰਮ ਕਰਕੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ, ਫਿਰ ਦੇਵਤਿਆਂ ਨੇ ਉਹਦਾ ਪਤੀ ਜਿਉਂਦਾ ਕੀਤਾ ਸੀ ਤਾਂ ਫਿਰ ਸੂਰਜ ਚੜ੍ਹ ਸਕਿਆ। ਇਸ ਪ੍ਰਕਾਰ ਇਹ ਬੀਬੀਆਂ ਦੇ ਗੁਣ ਨੇ ਅਤੇ ਪੁਰਖਾਂ ਦੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ। ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਇਆ ਸਾਧ ਸੰਗਤ ਜੀ ਕਿ ਜਦੋਂ ਮਾਈ ਸੇਵਾ ਕਰਿਆ ਕਰਦੀ ਸੀ, ਖਾਲੀ ਟੋਕਰੇ ਨੂੰ ਕਈ ਵਾਰ ਐ ਭੰਗੂੜੇ ਵਾਂਗੂ ਉਹਨੇ ਹਿਲਾਉਣਾ। ਸਾਰਿਆਂ ਨੇ ਪੁੱਛਣਾ ਵੀ ਇਹ ਮਾਈ ਕੀ ਕਰਦੀ? ਕਹਿੰਦੇ ਮੇਰਾ ਬੱਚਾ ਕਾਬਲ ਵਿੱਚ ਸੁੱਤਾ ਪਿਆ ਭੰਗੂੜੇ ਤੇ ਉਹਦਾ ਭੰਗੂੜਾ ਹਿਲਾਉਂਦੀ ਆ। ਤਾਂ ਉਦੋਂ ਲੋਕਾਂ ਨੇ ਕਹਿਣਾ ਮਾਈ ਮਸਤਾਨੀ ਹੈ, ਇਹ ਮਾਈ ਉਦਾਂ ਹੀ ਕਰਦੀ ਹੈ। ਪਰ ਇਹ ਸਾਧ ਸੰਗਤ ਜੀ ਪ੍ਰਤੱਖ ਗੱਲ ਹੈ। ਇਹ ਨਹੀਂ ਕਿ ਹੁਣ ਵੀ ਐਸੀਆਂ ਬੀਬੀਆਂ ਨਹੀਂ ਹਨ ਜਾਂ ਮਹਾਰਾਜ ਵੇਲੇ ਵੀ ਨਹੀਂ ਹੋਈਆਂ। ਹੁਣ ਵੀ ਐਸੀਆਂ ਬੀਬੀਆਂ ਨੇ ਜਿਹੜੀ ਆਪਣੀ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਰਹਿ ਕੇ ਬਹੁਤ ਦੂਰ ਤੱਕ ਆਪਣੀ ਸਮਾਧੀ ਲਾ ਕੇ ਜਾ ਆਉਂਦੀਆਂ। ਹੁਣ ਵੀ ਐਸੀਆਂ ਬੀਬੀਆਂ ਪੰਥ ਵਿੱਚ ਬੈਠੀਆਂ ਨੇ ਜਿਹੜੀਆਂ ਇੱਥੋਂ ਘਰ ਬੈਠੀਆਂ ਹੀ ਹਜੂਰ ਸਾਹਿਬ, ਪਟਨਾ ਸਾਹਿਬ, ਅਨੰਦਪੁਰ ਸਾਹਿਬ ਦੀ ਯਾਤਰਾ ਇੱਥੋਂ ਬੈਠ ਕੇ ਕਰ ਆਉਂਦੀਆਂ ਨੇ। ਪਰ ਇਹ ਬੜੀ ਕਮਾਈ ਦੀ ਗੱਲ ਹੁੰਦੀ, ਬਹੁਤ ਭਾਰੀ ਕਮਾਈ ਕਰਨੀ ਪੈਂਦੀ ਹੈ। ਸੋ ਇਸ ਤਾਂ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ ਹੈ। ਇੱਕ ਆਪਣੀ ਸੁਪਤਨੀ ਦੇ ਜਤ ਵਿੱਚ ਪੱਕਾ ਹੋਵੇ, ਪਰਾਈਆਂ ਇਸਤਰੀਆਂ ਨੂੰ ਸਕੀਆਂ ਮਾਵਾਂ ਧੀਆਂ ਭੈਣਾਂ ਸਮਝੇ। ਕਲਗੀਧਰ ਮਹਾਰਾਜ ਫਰਮਾਉਂਦੇ ਨੇ, ਪਰ ਧਨ ਪਾਹਨ ਤੁਲ ਤ੍ਰਿਆ ਪਰ ਮਾਤ ਹਮਾਰੇ। ਪਰਾਇਆ ਧਨ ਪੱਥਰਾਂ ਦੀ ਨਿਆਈ ਹੈ, ਪਰਾਈਆਂ ਇਸਤਰੀਆਂ ਸਾਡੀਆਂ ਮਾਤਾ ਦੀ ਨਿਆਈ ਨੇ। ਇਸ ਪ੍ਰਕਾਰ ਪੁਰਖ ਸਤੀ ਵਰਤਾ ਧਰਮ ਵਿੱਚ ਪੂਰਾ ਹੋਵੇ। ਇਸ ਪ੍ਰਕਾਰ ਸਾਧ ਸੰਗਤ ਜੀ ਸਤੀ ਵਰਤਾ ਧਰਮ ਪੁਰਖ ਦੇ ਅੰਦਰ ਹੋਣਾ ਚਾਹੀਦਾ। ਵੱਡੀਆਂ ਨੂੰ ਸਕੀਆਂ ਮਾਵਾਂ, ਬਰਾਬਰ ਦੀਆਂ ਨੂੰ ਸਕੀਆਂ ਭੈਣਾਂ ਸਮਝਣਾ ਚਾਹੀਦਾ। ਛੋਟੀਆਂ ਨੂੰ ਪੁੱਤਰੀਆਂ ਦੀ ਨਿਗਾਹ ਨਾਲ ਵੇਖਣਾ ਚਾਹੀਦਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਸੋ ਜਿਸ ਨਾਲ ਵਿਆਹ ਸ਼ਾਦੀ ਹੋਈ ਆ ਉਸ ਨਾਲ ਸਤੀ ਵਰਤਾ ਧਰਮ ਵਿੱਚ ਕਾਇਮ ਰਹੇ ਹਮੇਸ਼ਾ ਲਈ। ਐਸਾ ਜਿਹੜਾ ਪੁਰਖ ਆ ਉਹ ਸੰਸਾਰ ਦੇ ਅੰਦਰ ਧੰਨ ਪੁਰਖ ਹੈ। ਐਸੇ ਜਿਹੜੇ ਪਤੀ ਸਤੀ ਵਰਤਾ ਨੇ ਉਹ ਸਤਿਗੁਰਾਂ ਦੀ ਪਿਆਰੀ ਸਿੱਖੀ ਕਮਾਉਣ ਦੇ ਲਾਇਕ ਨੇ। ਗੁਰਸਿੱਖੀ ਨੂੰ ਉਹ ਕਮਾ ਸਕਦੇ ਨੇ। ਉਹਨਾਂ ਦੇ ਜੀਵਨ ਚੰਗੇ ਸੁੰਦਰ ਤੇ ਇਸ ਪ੍ਰਕਾਰ ਦੇ ਹੋਣੇ ਚਾਹੀਦੇ ਨੇ। ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣ ਵਾਲੇ ਤੇ ਸੰਤੋਖੀ ਜੀਵਨ ਵਾਲੇ, ਸੀਲ ਸੁਭਾਅ, ਨਰਮ ਸੁਭਾਅ ਵਾਲੇ ਅਤੇ ਸੱਤ ਆਦ ਗੁਣਾਂ ਵਾਲੇ ਹੋਣੇ ਚਾਹੀਦੇ ਨੇ। ਇਹਨਾਂ ਗੁਣਾਂ ਦੇ ਸਮੇਤ ਹੋ ਕੇ ਜਿਸ ਪ੍ਰਕਾਰ ਬੀਬੀਆਂ ਨੂੰ ਸਤਿਗੁਰਾਂ ਨੇ ਕਿਹਾ
ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਸਤ ਤੇ ਸੰਤੋਖ ਦੇ ਗੁਣਾਂ ਦੇ ਸ਼ਿੰਗਾਰ ਹੋਣ। ਹੋਰ ਗਹਿਣੇ ਪਾਉਣੇ ਜਿਹੜੇ ਨੇ ਸ਼ਿੰਗਾਰ ਨਹੀਂ, ਸਤ ਤੇ ਸੰਤੋਖ ਦਾ ਸ਼ਿੰਗਾਰ ਹੈ। ਭਰਤਾ ਕਹੈ ਸੋ ਮਾਨੀਐ ਇਹੋ ਸ਼ਿੰਗਾਰ ਬਣਾਏ ਰੀ। ਜੋ ਪਤੀ ਦੀ ਆਗਿਆ ਮੰਨਣੀ ਹੈ, ਇਹੋ ਹੀ ਸ਼ਿੰਗਾਰ ਇਸਤਰੀਆਂ ਵਾਸਤੇ ਸ਼ੁਭ ਗੁਣਾਂ ਦੇ ਸ਼ਿੰਗਾਰ ਯੋਗ ਹਨ। ਇਸ ਪ੍ਰਕਾਰ ਸ਼ੁਭ ਗੁਣਾਂ ਦੇ ਸ਼ਿੰਗਾਰ ਸਮੇਤ ਜੋ ਪਤੀ ਵਰਤਾ ਬੀਬੀਆਂ ਪਤੀ ਦੀ ਆਗਿਆ ਮੰਨਣ ਰੂਪ ਸ਼ਿੰਗਾਰ ਕਰਦੀਆਂ ਨੇ, ਉਹ ਬੀਬੀਆਂ ਸੋਭਾ ਵਾਲੀਆਂ ਨੇ ਅਤੇ ਉਹਨਾਂ ਦੇ ਸਾਰੇ ਗੁਣਾਂ ਦੇ ਸ਼ਿੰਗਾਰ ਨੇ। ਸ਼ੁਭ ਗੁਣਾਂ ਦਾ ਸ਼ਿੰਗਾਰ ਹੋਣਾ ਹੀ ਸਾਰਿਆਂ ਨਾਲੋਂ ਸ੍ਰੇਸ਼ਟ ਸ਼ਿੰਗਾਰ ਹੈ। ਸੋ ਸਰੀਰ ਤੇ ਲਟਰ ਪਟਰ ਨਹੀਂ ਹੋਣਾ ਚਾਹੀਦਾ, ਸਾਦਾ ਲਿਬਾਸ ਹੋਣਾ ਚਾਹੀਦਾ। ਜਿਹੜੀਆਂ ਬਾਹਰਲੇ ਚਮਕੀਲੇ ਲੀੜੇ ਪਾਉਂਦੀਆਂ ਨੇ, ਉਹਨਾਂ ਦੇ ਮਨ ਅਤੇ ਸੁਭਾਅ ਚੰਗੇ ਨਹੀਂ ਰਹਿੰਦੇ, ਫਿਰ ਹੌਲੀ ਹੌਲੀ ਵਿਕਾਰੀ ਮਨ ਵਾਲੇ ਸੁਭਾਅ ਹੋ ਜਾਂਦੇ ਨੇ। ਸਤਿਗੁਰਾਂ ਨੇ ਸੂਹਾ ਵੇਸ ਪਹਿਰਨ ਦੀ ਆਗਿਆ ਨਹੀਂ ਦਿੱਤੀ। ਵਸਤਰ ਵੀ ਸਾਦੇ ਤੇ ਖਾਣਾ ਵੀ ਸਾਦਾ ਹੋਣਾ ਚਾਹੀਦਾ ਹੈ। ਗਹਿਣੇ ਸ਼ੁਭ ਗੁਣਾਂ ਦੇ ਹੋਣੇ ਚਾਹੀਦੇ ਨੇ। ਹਜੂਰ ਨੇ ਫਰਮਾਇਆ, ਮਨ ਮੋਤੀ ਜੇ ਗਹਿਣਾ ਹੋਵੇ, ਅਥਵਾ ਗੁਰੂ ਸਾਹਿਬ ਫਰਮਾਉਂਦੇ ਨੇ, ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਜਿਹੜੀ ਨਿਵਣ ਭਾਵ ਨਿਮਰਤਾ ਰੱਖਣੀ ਹੈ, ਜੰਤਰ ਦੇ ਅੱਖਰ ਹੋਣੇ ਚਾਹੀਦੇ ਹੈ। ਅਤੇ ਜਿਹੜੀ ਖਵਣ ਸਹਾਰਨ ਸ਼ਕਤੀ ਹੈ, ਖਿਮਾ ਰੱਖਣੀ ਹੈ, ਨਾਰਾਜ਼ ਨਾ ਹੋਣਾ, ਇਹ ਟੂਣਾ ਤਾਗਾ ਹੋਣਾ ਚਾਹੀਦਾ। ਅਤੇ ਜ਼ੁਬਾਨ ਕਰਕੇ ਜਿਹੜੇ ਮਿੱਠੇ ਬਚਨ ਬੋਲਣੇ ਨੇ, ਇਹ ਸ਼੍ਰੋਮਣੀ ਮੰਤਰ ਹੋਣਾ ਚਾਹੀਦਾ। ਇਹ ਤਿੰਨੇ ਗੁਣ ਹੋਣੇ ਅਤੇ ਇੱਕ ਭੈ ਵਿੱਚ ਰਹਿਣਾ। ਪਤੀ ਨੂੰ ਅੰਗ ਸੰਗ ਸਮਝ ਕੇ ਪਤੀ ਦੇ ਭੈ ਵਿੱਚ ਰਹਿਣਾ, ਇਉਂ ਨਹੀਂ ਪ੍ਰਦੇਸ਼ ਵਿੱਚ ਗਏ ਨੂੰ ਦੂਰ ਸਮਝ ਕੇ ਵਿਕਾਰ ਭੋਗਣੇ। ਇਹਨਾਂ ਔਗੁਣਾਂ ਤੋਂ ਰਹਿਤ ਹੋ ਕੇ ਜਿਹੜੀਆਂ ਬੀਬੀਆਂ ਭੈ ਦੇ ਸੰਯੁਕਤ ਰਹਿੰਦੀਆਂ ਨੇ, ਸ਼ੁਭ ਗੁਣਾਂ ਦੇ ਸ਼ਿੰਗਾਰ ਸਮੇਤ ਪਤੀ ਵਰਤਾ ਧਰਮ 'ਚ ਪੱਕੀਆਂ ਰਹਿੰਦੀਆਂ ਹਨ, ਤਾਂ ਬਸ ਆਵੀ ਕੰਤ। ਉਹਨਾਂ ਦੇ ਕੰਤ ਪਤੀ ਪਰਮੇਸ਼ਰ ਵੀ ਵਸ 'ਚ ਆ ਜਾਂਦਾ, ਸੰਸਾਰ ਦਾ ਪਤੀ ਪਰਮੇਸ਼ਰ ਵੀ ਵਸ 'ਚ ਆ ਜਾਂਦਾ। ਫਿਰ ਉਹ ਗੁਰਮਤਿ ਅਨੁਸਾਰ ਅੰਮ੍ਰਿਤਧਾਰੀ ਹੋਣ ਅਤੇ ਫਿਰ ਸਹਿਨਸ਼ੀਲਤਾ ਵਾਲੇ, ਕਿਰਤ ਕਰਕੇ ਖਾਣ ਵਾਲੇ, ਕਿਸੇ ਨਾਲ ਛਲ ਕਰਕੇ ਨਾ ਖਾਣ ਵਾਲੇ ਅਤੇ ਠੱਗੀ ਮਾਰਨ ਵਾਲੇ ਨਾ ਹੋਣ। ਇਹਨਾਂ ਦਾ ਗ੍ਰਸਥ ਆਸ਼ਰਮ ਸਵਰਗ ਹੈ। ਜਿਹੜਾ ਆਗਿਆਕਾਰ ਹੋਣਾ ਅਤੇ ਪਿਆਰ ਵਿੱਚ ਰਹਿਣਾ ਆਪੋ ਵਿੱਚ ਹੀ, ਇਹੋ ਹੀ ਸਵਰਗ ਦਾ ਸੁੱਖ ਹੈ। ਇਹੋ ਜਿਹੜੀ ਜੋੜੀ ਹੈ ਜੀ, ਜਿਨ੍ਹਾਂ ਦਾ ਪਰਮੇਸ਼ਰ ਦੀ ਆਗਿਆ ਅਨੁਸਾਰ ਸਿਮਰਨ ਭਜਨ ਵਿੱਚ ਸਮਾਂ ਬੀਤਦਾ ਹੈ, ਉਹਨਾਂ ਦੇ ਸੰਬੰਧ ਕਰਕੇ ਸੋ ਮਾਤਾ ਦੇ ਉਦਰ ਵਿੱਚ ਬੱਚੇ ਸਥਿਤ ਹੁੰਦੇ ਨੇ, ਉਹਨਾਂ ਦੀ ਰੱਖਿਆ ਵਾਸਤੇ ਹਜੂਰ ਨੇ ਬਚਨ ਕੀਤੇ ਨੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਤੇ ਜਪਜੀ ਸਾਹਿਬ ਦਾ ਪਾਠ ਨਾਲ ਨਾਲ ਉਹਨਾਂ ਨੂੰ ਕਰਨਾ ਚਾਹੀਦਾ। ਅਤੇ ਇਸ ਪ੍ਰਕਾਰ ਦੇ ਜਿਹੜੇ ਰੱਖਿਆ ਦੇ ਸ਼ਬਦ ਨੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰਦਇਆਲ ਹੈ, ਭੈ ਦੁਖ ਬਿਨਾਸਨ ਹੈ। ਭਗਤ ਵਛਲਾ ਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤਾ ਹੈ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰਾਂ ਏਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰ ਦੈ ਕਰ, ਪਾਪ ਸਬੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਇਹ ਸ਼ਬਦ ਆਦਿ ਸ੍ਰੀ ਦਸਮ ਗ੍ਰੰਥ ਵਿੱਚ 35 ਅੰਗ ਤੇ ਮਹਾਰਾਜ ਨੇ ਅੰਕਿਤ ਕੀਤਾ ਹੈ ਅਕਾਲ ਉਸਤਤ ਦੇ ਵਿੱਚ। ਅਤੇ ਅੰਗ 1358 ਉੱਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਸ਼ਬਦ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਅਤੇ ਬਿਲਾਵਲ ਮਹਲਾ ਪੰਜਵਾਂ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਓ। ਰਾਖ ਲੀਏ ਤ ਨਖਨਹਾਰ ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਹ ਸਾਧ ਸੰਗਤ ਜੀ 819 ਅੰਗ ਤੇ ਸ਼ਬਦ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇਤਿਆਦਿਕ ਜੋ ਸ਼ਬਦ ਨੇ, ਇਹ ਮਾਤਾ ਦੇ ਉਦਰ ਵਿੱਚ ਬੱਚੇ ਦੀ ਰੱਖਿਆ ਵਾਸਤੇ ਪੜ੍ਹਨੇ ਚਾਹੀਦੇ ਮਾਤਾਵਾਂ ਨੂੰ। ਹੋਰ ਟੂਣੇ ਟਾਮਣ ਤਵੀਤ ਤਾਗਾ ਤੜਾਗੀ ਨਹੀਂ ਬਣਨੀ ਚਾਹੀਦੀ। ਇਹ ਉੱਕਾ ਹੀ ਨਹੀਂ ਕਰਨੇ, ਪਰਮੇਸ਼ਰ ਦੇ ਨਾਮ ਦੀ ਓਟ ਰੱਖਣੀ ਚਾਹੀਦੀ। ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਾ ਨਾ ਭਾਈ। ਸਾਰਾ ਦਿਨ ਇਸੇ ਸ਼ਬਦ ਦਾ ਅਭਿਆਸ ਕਰਦਾ ਰਹੇ ਕਿ ਸਾਡੇ ਚਾਰ ਚਫੇਰੇ ਰਾਮ ਦੇ ਨਾਮ ਦੀ ਕਾਰ ਹੈ, ਜਿਸ ਕਰਕੇ ਸਾਡੇ ਤਾਈਂ ਕਿਸੇ ਪ੍ਰਕਾਰ ਦਾ ਦੁੱਖ ਨਾ ਲੱਗੇ। ਜਿਹੜੇ ਮੰਦਿਰ ਦੇ ਅੰਦਰ ਪਤੀ ਤੇ ਸਤੀ ਬਿਰਾਜਮਾਨ ਹੁਣ, ਉੱਥੇ ਸ਼ਹੀਦਾਂ, ਯੋਧਿਆਂ, ਸੂਰਬੀਰਾਂ, ਮਹਾਂਪੁਰਖਾਂ ਤੇ ਸਤਿਗੁਰਾਂ ਦੀਆਂ ਪਵਿੱਤਰ ਤਸਵੀਰਾਂ ਰੱਖਣੀਆਂ ਚਾਹੀਦੀਆਂ ਨੇ। ਐਸੀਆਂ ਮੰਦੀਆਂ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਕਰਕੇ ਮਨ ਵਿਕਾਰੀ ਹੋਵੇ ਤੇ ਭੈੜਾ ਹੋਵੇ। ਜਿਨ੍ਹਾਂ ਦੇ ਮੱਥੇ ਲੱਗਣ ਨਾਲ ਸੰਤਾਨ ਭੈੜੀ ਪੈਦਾ ਹੋਵੇ, ਇਹੋ ਜਿਹੀ ਫੋਟੋ ਨਹੀਂ ਲਾਉਣੀ ਚਾਹੀਦੀ। ਐਸੇ ਫੋਟੋ ਹੋਣੇ ਚਾਹੀਦੇ ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਮਨੀ ਸਿੰਘ ਜੀ ਸ਼ਹੀਦ, ਭਾਈ ਤਾਰੂ ਸਿੰਘ ਜੀ ਦੇ ਖੋਪੜਾ ਲੈਣ ਵੇਲੇ ਐਸੀ ਕੁਰਬਾਨੀ ਵਾਲੇ ਮਹਾਂਪੁਰਖਾਂ ਦੀਆਂ ਫੋਟੋਆਂ ਹੋਣ, ਜਿਸ ਕਰਕੇ ਬੱਚੇ ਦੇ ਅੰਦਰ ਸ਼ੁਭ ਗੁਣ ਭਰ ਜਾਣ। ਮਾਤਾ ਦੇ ਸਦਾ ਮੱਥੇ ਲੱਗਣ ਕਰਕੇ ਇਸ ਤੇ 7ਵੇਂ ਪਾਤਸ਼ਾਹੀ ਨੇ ਇੱਕ ਪਵਿੱਤਰ ਸਾਖੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੈ।
ਮਹਾਰਾਜ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜਿਸ ਵਕਤ ਕਾਲੇ ਦਾ ਜੰਗ ਕਰਵਾ ਕੇ ਫੂਲਕਿਆਂ ਦੀ ਜਿੱਤ ਕਰਵਾਉਣ ਲੱਗੇ ਸੀ, ਮਾਲਵੇ ਵਿੱਚ ਗੁਰੂਸਰ ਮਹਾਰਾਜ ਦੇ ਵਿੱਚ, ਉੱਥੇ ਜੈਦ ਪੁਰਾਣਾ ਬੜਾ ਭਾਰੀ ਯੋਧਾ ਸੀ। ਉਹ ਯੋਧਾ ਹੋਣੇ ਕਰਕੇ ਜਿੱਤਿਆ ਨਹੀਂ ਸੀ ਜਾਂਦਾ। ਉਹ ਜਿਸ ਵਕਤ ਕਾਲੇ ਤੇ ਬਰਛੀ ਲੈ ਕੇ ਪਿਆ, ਕਾਲੇ ਦੇ 2 ਦੰਦ ਟੁੱਟ ਕੇ ਕਹਿਣ ਲੱਗਾ, ਸਤਿਗੁਰੂ ਸਾਹਿਬ ਜੀ, ਆਪ ਜੀ ਕਹਿੰਦੇ ਸੀ ਜੈਦ ਪੁਰਾਣਾ ਬੜਾ ਬਲੀ ਹੈ, ਉਹਦੀ ਬਰਛੀ ਲੱਗੀ ਤੇ ਮੇਰੇ 2 ਦੰਦ ਹੀ ਤੋੜ ਸਕੀ, ਐਡਾ ਜ਼ੋਰ ਨਹੀਂ ਕਰ ਸਕੀ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਹਾ, ਨਹੀਂ ਭਾਈ, ਇਹ ਜੈਦ ਪੁਰਾਣਾ ਬੜਾ ਬਲੀ ਸੀ। ਉਹ ਜਿਸ ਵਕਤ ਮਾਤਾ ਦੇ ਉਦਰ ਵਿੱਚ ਆਇਆ ਸੀ, ਉਸ ਦਿਨ ਦੀ ਗੱਲ ਹੈ ਕਿ ਜਿਸ ਵਕਤ ਇਸ ਦੀ ਮਾਤਾ ਸੁੱਤੀ ਪਈ ਸੀ ਕੋਠੇ ਤੇ, ਇੱਕ ਸ਼ੇਰ ਜੰਗਲ ਵਿੱਚੋਂ ਆਇਆ ਤੇ ਛੱਪੜ ਤੇ ਪਾਣੀ ਪੀ ਕੇ ਬੜਾ ਗਰਜਿਆ। ਸ਼ੇਰ ਦੀ ਗਰਜ ਕੰਨਾਂ ਦੇ ਵਿੱਚ ਪੈਣ ਕਰਕੇ ਸੁੱਤੀ ਮਾਤਾ ਜਾਗ ਪਈ ਤੇ ਪਾਣੀ ਦੇ ਵਿੱਚ ਦੀ ਸ਼ੇਰ ਦਾ ਮੂੰਹ ਦਿਸਿਆ ਤੇ ਚੜ੍ਹਦਾ ਸੂਰਜ ਮੱਥੇ ਲੱਗਾ। ਉਸ ਕਰਕੇ ਜੈਦ ਪੁਰਾਣੇ ਵਿੱਚ ਤਾਕਤ ਸੀ। ਕਈ ਲੋਕ ਸਾਧ ਸੰਗਤ ਜੀ ਇਹਨਾਂ ਗੱਲਾਂ ਉੱਤੇ ਕਿੰਤੂ ਪਰੰਤੂ ਬੜਾ ਕਰਦੇ ਨੇ, ਪਰ ਉਹ ਕਿੰਤੂ ਪਰੰਤੂ ਵਾਲੇ ਬੰਦਿਆਂ ਨੂੰ ਇਹਨਾਂ ਗੱਲਾਂ ਦਾ ਗਿਆਨ ਹੀ ਨਹੀਂ ਹੁੰਦਾ। ਇਹ ਤਾਂ ਹੁਣ ਵੀ ਪ੍ਰਤੱਖ ਇਹੀ ਚੀਜ਼ਾਂ ਨੇ। ਜਿਵੇਂ ਕੋਈ ਇਸ ਤਰੀਕੇ ਦੇ ਨਾਲ ਇਹ ਹੁਣ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਕਿ ਜਿਹਦਾ ਰੋਜ਼ ਮੱਥਾ ਦੇਖਿਆ ਜਾਵੇ ਉਹੋ ਜਿਹਾ ਲੜਕਾ ਜਾਂ ਬੱਚਾ ਪੈਦਾ ਹੁੰਦਾ ਘਰ ਦੇ ਵਿੱਚ। ਇਸ ਕਰਕੇ ਜਿਹੜੇ ਟੀਵੀ ਦੇਖਦੇ ਨੇ ਬਾਹਲੇ ਉਹਨਾਂ ਦੇ ਘਰੇ ਐਕਟਰ ਹੀ ਪੈਦਾ ਹੁੰਦੇ ਨੇ। ਇਸ ਤਰ੍ਹਾਂ ਉਹ ਬੜਾ ਬਲੀ ਸੀ, ਉਹਦੇ ਬਲ ਦਾ ਅੰਤ ਨਹੀਂ ਸੀ। ਕਹਿੰਦੇ ਕਾਲਿਆ ਤੂੰ ਇਉਂ ਨਾ ਸਮਝ ਲਈ ਕਿ ਉਹਦੀ ਬਰਛੀ ਨੇ ਮੇਰੇ 2 ਦੰਦ ਹੀ ਭੰਨੇ ਨੇ। ਅਸੀਂ ਤੇਰੀ ਰੱਖਿਆ ਕਰਨ ਵਾਸਤੇ ਆਪਣੇ ਹੱਥ ਵਿੱਚ ਲੋਹੇ ਦੀ ਐਰਨ ਪਕੜੀ ਹੋਈ ਸੀ ਅਤੇ ਉਹਦੇ ਡੌਲਿਆਂ ਨੂੰ 2 ਵੀਰ ਚੰਬੜੇ ਹੋਏ ਸਨ ਅਤੇ 2 ਸੂਰਮੇ ਲੱਤਾਂ ਨੂੰ ਚਮੇੜੇ ਸਨ। ਫੇਰ ਵੀ ਉਹਨੇ ਜਦੋਂ ਬਰਛੀ ਮਾਰੀ, ਸਾਡੀ ਹਥੇਲੀ ਅੱਗੇ ਐਰਨ ਫੜੀ ਹੋਈ ਬਰਛੀ ਨੂੰ ਅਸੀਂ ਐਰਨ ਤੇ ਰੋਕਿਆ, ਫੇਰ ਵੀ ਸਾਡੀ ਹਥੇਲੀ ਵਿੱਚ ਜੋ ਐਰਨ ਫੜੀ ਸੀ ਉਹਨੂੰ ਵਿੰਨ ਕੇ ਸਾਡੀ ਤਲੀ ਵਿੱਚ ਬਰਛੀ ਲੱਗੀ। ਤਲੀ ਦਾ ਜ਼ਖਮ ਮਹਾਰਾਜ ਨੇ ਦਿਖਾਇਆ ਅਤੇ ਉਹ ਤਲੀ ਤੇ ਲੱਗ ਕੇ ਬਰਛੀ ਠਹਿਰ ਗਈ। ਉਹਦੇ ਧੱਕੇ ਨੇ ਤੇਰੇ ਦੰਦ ਭੰਨੇ ਨੇ, ਨਹੀਂ ਤਾਂ ਤੈਨੂੰ ਛੱਡਣਾ ਨਹੀਂ ਸੀ। ਇਹ ਸੋਚ ਲੈ, ਏਡਾ ਵੱਡਾ ਬਲੀ ਜੈਦ ਪੁਰਾਣਾ ਸੀ। ਕਈ ਲੋਕ ਇਹ ਕਹਿੰਦੇ ਨੇ ਜੇ 7ਵੇਂ ਪਾਤਸ਼ਾਹ ਰੋਕਣਾ ਚਾਹੁੰਦੇ ਬਰਛੀ ਰੋਕ ਸਕਦੇ ਸੀ, ਪਰ ਸਾਧ ਸੰਗਤ ਜੀ ਇਤਿਹਾਸ ਬਣਾਉਣ ਲਈ ਥੋੜਾ ਜਿਹਾ ਕੌਤਕ ਤਾਈਓ ਜਾਣ ਕੇ ਦਿਖਾਇਆ ਕਿ ਤਾਂ ਕਿ ਅਗਲੇ ਨੂੰ ਯਕੀਨ ਹੋ ਸਕੇ। ਨਹੀਂ ਤਾਂ ਮਹਾਰਾਜ ਲਈ ਤੇ ਕੀ ਔਖਾ, ਭਾਵੇਂ ਫੂਕ ਮਾਰ ਕੇ ਉਡਾ ਦਿੰਦੇ ਕਾਲੇ ਨੂੰ। ਇਹ ਸੁਣ ਕੇ ਕਾਲੇ ਨੇ ਮਹਾਰਾਜ ਸਾਹਿਬ ਨੂੰ ਨਮਸਕਾਰ ਕੀਤੀ, ਹੈ ਗਰੀਬ ਨਵਾਜ, ਆਪ ਜੀ ਨੇ ਰੱਖਿਆ ਕੀਤੀ। ਹੋਰ ਕੌਣ ਸੀ? ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਜੀ ਆਪ ਤੋਂ ਬਿਨਾਂ ਹੋਰ ਮੈਨੂੰ ਰੱਖਣ ਵਾਲਾ ਕੌਣ ਸੀ? ਇਉਂ ਬੇਨਤੀ ਕੀਤੀ। ਇਸ ਪ੍ਰਕਾਰ ਜੋ ਮਾਤਾ ਦੇ ਉਦਰ ਧਾਰਨ ਵੇਲੇ ਮੱਥੇ ਲੱਗਦਾ ਉਸ ਦਾ ਅਸਰ ਪੈ ਜਾਂਦਾ। ਇਸ ਕਰਕੇ ਭੈੜੇ ਅਸਰ ਵਾਲੀਆਂ ਫੋਟੋਆਂ ਨਹੀਂ ਲਾਉਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਸਤਿਗੁਰਾਂ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇਹ ਗੁਣ ਅੰਦਰ ਹੋਣੇ ਚਾਹੀਦੇ ਹਨ। ਫਿਰ ਸੂਰਬੀਰ ਬਹਾਦਰ ਪੁੱਤਰ ਮਾਤਾ ਦੇ ਉਦਰ ਵਿੱਚ ਆਉਂਦੇ ਨੇ, ਬੜੇ ਬਲੀ ਤੇ ਸ਼ਕਤੀ ਵਾਲੇ ਹੁੰਦੇ ਨੇ। ਇਸ ਪ੍ਰਕਾਰ ਜਿਸ ਵੇਲੇ ਬਾਲਕ ਜਨਮ ਲਵੇ ਗੁਰਮਤਿ ਸੰਸਕਾਰ ਕਰੇ। ਸੰਤ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਬਾਰੇ ਲਿਖਿਆ ਕਿ ਬਾਬਾ ਖਜਾਨ ਸਿੰਘ ਜੀ ਸੰਤਾਂ ਮਹਾਂਪੁਰਖਾਂ ਦੇ ਪਿਤਾ ਜੀ 1 ਸਾਲ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਇੱਕ ਪੈਰ ਦੇ ਭਾਰ ਖੜੋ ਕੇ ਕਰਦੇ ਸਨ ਤੇ ਮਾਤਾ ਮਹਿਤਾਬ ਕੌਰ ਜੀ 5 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ। ਜਦੋਂ ਦੇ ਸੰਤ ਮਹਾਂਪੁਰਖ ਮਾਤਾ ਦੇ ਉਦਰ ਵਿੱਚ ਆਏ ਤੇ ਹੋਰ ਨਿਤਨੇਮ ਬਾਣੀ ਦਾ ਨਾਮ ਸਿਮਰਨ ਭਜਨ ਕਰਦੇ, ਜਿਸ ਕਰਕੇ ਸੰਤ ਮਹਾਂਪੁਰਖ ਗੁਰਬਾਣੀ ਦੇ ਪ੍ਰੇਮੀ ਤੇ ਭਗਤ ਬਣੇ ਤੇ ਸੂਰਮੇ ਦਾਤੇ ਬਣੇ। ਜਿਸ ਤਰ੍ਹਾਂ ਜਨਨੀ ਜਨਾ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਸੰਤਾਂ ਮਹਾਂਪੁਰਖਾਂ 'ਚ 3 ਗੁਣ ਸਨ। ਅਤੇ ਫਿਰ ਜਿਸ ਵੇਲੇ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਸੰਤਾਂ ਦਾ ਇਸ਼ਨਾਨ ਕਰਾਇਆ ਗਿਆ ਕੋਸੇ ਪਾਣੀ ਨਾਲ। ਫਿਰ ਬਾਬਾ ਜੀ ਲੋਹੇ ਦੇ ਬਾਟੇ 'ਚ ਪਾਣੀ ਤੇ ਪਤਾਸੇ ਪਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਕਿਰਪਾਨ ਨਾਲ ਜਨਮ ਸੰਸਕਾਰ ਲਈ ਅੰਮ੍ਰਿਤ ਤਿਆਰ ਕੀਤਾ ਤੇ ਅਰਦਾਸ ਕਰਕੇ ਕਿਰਪਾਨ ਦੀ ਨੋਕ ਨਾਲ 5 ਬੂੰਦਾਂ ਸੰਤਾਂ ਦੇ ਮੁਖ ਵਿੱਚ ਉਸੇ ਸਮੇਂ ਪਾਈਆਂ ਤੇ ਬਾਕੀ ਦਾ ਜੋ 2 ਘੁੱਟਾਂ ਅੰਮ੍ਰਿਤ ਸੀ ਉਹ ਸੰਤਾਂ ਦੀ ਮਾਤਾ ਨੂੰ ਛਕਾ ਦਿੱਤਾ। ਇਹ ਹੀ ਗੁਰਮਤਿ ਦੀ ਗੁੜਤੀ ਆ, ਹੋਰ ਕੋਈ ਗੁੜਤੀ ਨਹੀਂ ਦੇਣੀ। ਕਈ ਆਪਦਾ ਝੂਠਾ ਦਿੰਦੇ ਨੇ, ਕੋਈ ਸ਼ਹਿਦ ਮੂੰਹ ਨੂੰ ਲਾ ਕੇ ਦਿੰਦੇ ਨੇ, ਕੋਈ ਗੁੜ ਲਾ ਕੇ ਦਿੰਦੇ ਨੇ। ਉਹ ਨਹੀਂ, ਮਨਮਤ ਨਹੀਂ ਕਰਨੀ। ਜਨਮ ਵੇਲੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਮਰੇ ਵਿੱਚ ਜਿੱਥੇ ਪ੍ਰਕਾਸ਼ ਸੀ ਉੱਥੇ ਜਾ ਕੇ ਮੱਥਾ ਟਿਕਾਇਆ ਤੇ ਹਜ਼ੂਰੀ 'ਚ ਕੜਾਹ ਪ੍ਰਸ਼ਾਦ ਦੇ ਕਰਕੇ ਲੈ ਗਏ। ਉਸੇ ਵਕਤ ਸੰਤਾਂ ਨੂੰ ਮੱਥਾ ਟਿਕਾਇਆ, ਆਪ ਚੁੱਕ ਕੇ ਲੈ ਗਏ ਤੇ ਜਨਮ ਦੀ ਖੁਸ਼ੀ ਵਾਲੇ ਸ਼ਬਦਾਂ ਦਾ ਕੀਰਤਨ ਕੀਤਾ, ਜਿਵੇਂ ਕਿ ਸਤਿਗੁਰ ਸਾਚਾ ਦਈਆ ਭੇਜ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਅਥਵਾ ਪੂਤਾ ਮਾਤਾ ਕੀ ਅਸੀਸ ਇਤਿਆਦਿਕ ਸ਼ਬਦਾਂ ਦਾ ਕੀਰਤਨ ਤੇ ਸੰਪੂਰਨ ਆਨੰਦ ਸਾਹਿਬ ਦੀਆਂ 40 ਪੌੜੀਆਂ ਕੀਰਤਨ ਕੀਤਾ ਜੋ ਤੀਜੇ ਪਾਤਸ਼ਾਹ ਦਾ ਹੁਕਮ ਹੈ। ਫਿਰ ਹਜ਼ੂਰੀ ਵਿੱਚ ਬਾਲਕ ਜੋ ਭਾਵ ਸੰਤਾਂ ਮਹਾਂਪੁਰਖਾਂ ਦੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਬਾਲਕ ਰੂਪ ਵਿੱਚ ਸਨ। ਜਨਮ ਦੀ ਖੁਸ਼ੀ ਦੀ ਸਿੱਖੀ, ਨਾਮਦਾਨ, ਇਸ਼ਨਾਨ, ਭੋਸਾਦ ਖਾਲਸੇ ਵਾਲੇ ਗੁਣਾਂ ਦੀ ਪ੍ਰਾਪਤੀ ਵਾਸਤੇ, ਨਾਮ ਰੱਖਣ ਵਾਸਤੇ, ਉਹਨਾਂ ਦਾ ਪਾਠ ਪ੍ਰਾਰੰਭ ਕਰਨ ਵਾਸਤੇ ਅਰਦਾਸ ਕੀਤੀ।
ਸ੍ਰੀ ਮੁਖ ਵਾਕ ਲਿਆ। ਜੋ ਸ੍ਰੀ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਨਾਮ ਰੱਖਿਆ ਤੇ ਸਹਿਜ ਪਾਠ ਪ੍ਰਾਰੰਭ ਕੀਤਾ ਤੇ ਸ੍ਰੀ ਜਪਜੀ ਸਾਹਿਬ ਪੜ੍ਹ ਕੇ ਕੜਾਹ ਪ੍ਰਸ਼ਾਦ ਵਰਤਾਇਆ ਤੇ ਫਿਰ ਸੰਤਾਂ ਨੂੰ ਮਾਤਾ ਜੀ ਦਾ ਦੁੱਧ ਚੰਗਾਇਆ। ਸਹਿਜ ਪਾਠ 40 ਦਿਨਾਂ ਵਿੱਚ ਉੱਚੀ ਆਵਾਜ਼ ਵਿੱਚ ਪਾਠੀ ਨੇ ਕੀਤਾ, ਜਿਵੇਂ ਬੱਚੇ ਤੇ ਮਾਤਾ ਦੇ ਕੰਨਾਂ 'ਚ ਆਵਾਜ਼ ਪੈਂਦੀ ਰਹੇ। 40 ਦਿਨਾਂ ਵਿੱਚ ਸਹਿਜ ਪਾਠ ਕਰਕੇ ਫਿਰ 40ਵੇਂ ਦਿਨ ਉਹਨਾਂ ਨੇ ਭੋਗ ਪਾਇਆ, ਫਿਰ ਜੱਗ ਕੀਤਾ, ਲੰਗਰ ਕੀਤਾ ਸਾਰਿਆਂ ਨੂੰ। ਇਸ ਪ੍ਰਕਾਰ ਤਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀਣ ਵਾਲੇ ਬਣੇ ਸੀ। ਜਨਮ ਸੰਸਕਾਰ ਕਰਨ ਲਈ ਉਹ ਬਾਲਕ ਨੂੰ ਕੋਸੇ ਪਾਣੀ ਨਾਲ ਇਸ਼ਨਾਨ ਕਰਾ ਕੇ ਕਿਰਪਾਨ ਦੀ ਨੋਕ ਤੇ 5 ਬੂੰਦਾਂ ਅੰਮ੍ਰਿਤ ਬੱਚੇ ਨੂੰ ਛਕਾਇਆ ਜਾਂਦਾ ਤੇ ਬਾਕੀ ਦਾ ਜੇ 2 ਘੁੱਟਾਂ ਮਾਤਾ ਨੂੰ ਪਿਲਾ ਦਿੱਤਾ ਜਾਂਦਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਘਰ ਵਿੱਚ ਸਰੂਪ ਹੋਵੇ, ਨਹੀਂ ਤਾਂ ਗੁਰਦੁਆਰੇ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਉਸ ਵਕਤ ਕੇਵਲ ਭੁਜੰਗੀ ਨੂੰ ਲੈ ਜਾ ਕੇ ਮੱਥਾ ਟਿਕਾਇਆ ਜਾਵੇ ਤੇ ਮਾਤਾ ਨਾ ਜਾਵੇ। ਜਨਮ ਦੀ ਖੁਸ਼ੀ ਦੇ ਸ਼ਬਦ ਸਤਿਗੁਰ ਸਾਚਾ ਦੀ ਭੇਜ ਆਦਿਕ ਤੇ ਸਾਰੇ ਆਨੰਦ ਸਾਹਿਬ ਦਾ ਕੀਰਤਨ ਕਰਕੇ ਜਨਮ ਦੀ ਨਾਮ ਰੱਖਣ ਦੀ ਸਿੱਖੀ ਜੀਵਨ ਵਾਸਤੇ ਅਰਦਾਸ ਕਰਕੇ ਮੁੱਖ ਵਾਕ ਲੈ ਕੇ ਨਾਮ ਰੱਖ ਕੇ ਕੜਾਹ ਪ੍ਰਸ਼ਾਦ ਵਰਤਾਵੇ ਤੇ ਉਸੇ ਵਕਤ ਹੀ ਸਹਿਜ ਪਾਠ ਜਾਂ ਜਸਤਾ ਸ਼ਕਤ ਸ੍ਰੀ ਅਖੰਡ ਪਾਠ ਸਪਤਾਹਕ ਸਹਿਜ ਪਾਠ ਕਰਾਵੇ, ਜੋ ਉੱਚੀ ਸੁਰ ਨਾਲ ਕੀਤਾ ਜਾਵੇ, ਜੋ ਬੱਚੇ ਤੇ ਮਾਤਾ ਦੇ ਕੰਨਾਂ ਵਿੱਚ ਪਵੇ ਤੇ ਭੋਗ ਪੈਣ ਤੇ ਲੰਗਰ ਜਗ ਆਦਿ ਕਰੇ। ਬੱਚੇ ਨੂੰ ਹਰ ਵਕਤ ਨਾਮ ਗੁਰਬਾਣੀ ਆਦਿ ਸੁਣਾਉਂਦੇ ਰਹਿਣਾ ਚਾਹੀਦਾ ਹੈ। ਬੱਚੇ ਨੂੰ ਮਾਤਾ ਸਿਮਰਨ ਭਜਨ ਵਿੱਚ ਲਾਵੇ। ਛੋਟੇ ਹੁੰਦੇ ਤੋਂ ਗੁਰੂ ਘਰ ਦੀਆਂ ਸਾਖੀਆਂ ਸੂਰਬੀਰਾਂ ਦੇ ਜੀਵਨ ਸੁਣਾਵੇ। ਪਠਾਨ ਦੀ ਤਲਵਾਰ ਤੇ ਪਾਣੀ ਦੀ ਗੁੜਤੀ, ਜਿਹੜੇ ਪਠਾਨ ਨੇ ਉਹ ਵੀ ਕੀ ਕਰਦੇ ਨੇ, ਪਠਾਨ ਵੀ ਤਲਵਾਰ ਦੇ ਪਾਣੀ ਦੀ ਗੁੜਤੀ ਦਿੰਦੇ ਆ। ਇਹ ਉਹਨਾਂ ਵਿੱਚ ਵੀ ਮਰਿਆਦਾ। ਸਤਿਗੁਰਾਂ ਦੇ ਘਰ ਵਿੱਚ ਵੀ ਬੱਚੇ ਨੂੰ ਇਸ਼ਨਾਨ ਕਰਾ ਕੇ ਤੇ ਅੰਮ੍ਰਿਤ ਸ੍ਰੀ ਸਾਹਿਬ ਦੀ ਨੋਕ ਤੇ ਪਾ ਕੇ ਬੱਚੇ ਨੂੰ ਉਹਦੀ ਗੁੜਤੀ ਦਿੱਤੀ ਜਾਂਦੀ ਹੈ। 5 ਤੁਪਕੇ ਪਾ ਕੇ ਬਾਕੀ ਮਾਤਾ ਨੂੰ ਛਕਾਇਆ ਜਾਂਦਾ। ਇਹ ਗੁਰਮਤਿ ਅਨੁਸਾਰ ਗੁੜਤੀ ਦੇਣੀ ਹੈ। ਹੋਰ ਕੋਈ ਗੁਰਮੁਖ ਪਿਆਰੇ ਅਖਾੜੇ ਨਗਰ ਵਿੱਚ ਰਹਿੰਦੇ ਸਨ, ਉਹਨਾਂ ਦੇ ਬਾਲਕ ਚੜ੍ਹਾਈ ਕਰ ਜਾਂਦੇ ਸੀ। ਉਹਨਾਂ ਦੇ ਘਰ ਵਿੱਚ ਇੱਕ ਹੋਣਹਾਰ ਬਾਲਕ ਨੇ ਜਨਮ ਲਿਆ। ਉਹਨਾਂ ਨੇ ਬਾਲਕ ਨੂੰ ਜੰਮਦੇ ਨੂੰ ਇਸ਼ਨਾਨ ਕਰਾ ਕੇ ਗੁਰਦੁਆਰੇ ਲਿਜਾ ਕੇ ਮਹਾਰਾਜ ਸਾਹਿਬ ਦੀ ਮੰਜੀ ਸਾਹਿਬ ਅੱਗੇ ਪਾਤਾ। ਉੱਥੋਂ ਜਿਹੜੇ ਸਿੰਘ ਸਾਹਿਬ ਭਾਈ ਕਾਹਨ ਸਿੰਘ ਸੀਗੇ, ਉਹਨਾਂ ਨੇ ਕਿਰਪਾਨ ਨਾਲ ਜਪਜੀ ਸਾਹਿਬ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਕਿਰਪਾਨ ਨਾਲ ਅੰਮ੍ਰਿਤ ਮੁੱਖ ਵਿੱਚ ਪਾਇਆ ਗੁਰਮਤਿ ਦੀ ਵਿਧੀ ਅਨੁਸਾਰ। ਸਤਿਗੁਰਾਂ ਦੀ ਕਿਰਪਾ ਨਾਲ ਬੱਚਾ ਜਦੋਂ 13 ਮਹੀਨੇ ਦਾ ਹੋ ਗਿਆ ਤਾਂ ਉਹਨਾਂ ਦੀ ਮਾਤਾ ਹੀ ਚੜ੍ਹਾਈ ਕਰ ਗਏ। ਇਸ ਪ੍ਰਕਾਰ ਸਾਧ ਸੰਗਤ ਉਹ ਭਾਗਾਂ ਵਾਲੇ ਹੋਣਹਾਰ ਬਾਲਕ ਦਾ ਜਨਮ ਸੰਸਕਾਰ ਹੋਇਆ। ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ। ਜਨਮ ਸੰਸਕਾਰ ਕਿਰਪਾਨ ਦੇ ਅੰਮ੍ਰਿਤ ਨਾਲ ਹੋਇਆ। ਜੇ ਇਉਂ ਜਨਮ ਸੰਸਕਾਰ ਹੋਣ ਤਾਂ ਬਹਾਦਰ ਹੋਣ ਤਾਂ ਫਿਰ ਬੱਚੇ ਜਿਹੜੇ ਨੇ ਵੀਰ ਬਹਾਦਰ ਜੰਮਦੇ ਨੇ, ਵੀਰ ਬਹਾਦਰ ਬਣਦੇ ਨੇ, ਯੋਧੇ ਬਣਦੇ ਨੇ, ਜੀਵਨ ਵਾਲੇ ਉੱਚੇ ਜੀਵਨ ਵਾਲੇ ਬਾਲਕ ਹੁੰਦੇ ਨੇ, ਭਗਤ ਹੁੰਦੇ ਨੇ, ਦਾਨੀ ਹੁੰਦੇ ਨੇ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨੀ ਬਣ ਜਾਂਦੇ ਨੇ। ਇਹ ਵੀ ਨਾਲ ਨਾਲ ਧਿਆਨ ਰੱਖਣਾ ਹੁੰਦਾ ਕਿ ਜਿਹੜੀ ਦਾਈ ਆ ਉਹ ਵੀ ਸਿੱਖਣੀ ਹੋਣੀ ਚਾਹੀਦੀ ਆ, ਕਿਉਂਕਿ ਬੱਚੇ ਦੇ ਜਨਮ ਵਕਤ ਜਿਸ ਦੇ ਮੂੰਹੋਂ ਝੱਟ ਵਾਹਿਗੁਰੂ ਨਿਕਲੇ, ਹੋਰਨਾਂ ਨੇ ਤਾਂ ਆਪਣੇ ਮਜ਼੍ਹਬ ਅਨੁਸਾਰ ਹੋਰ ਕੁਝ ਵੀ ਆਵਾਜ਼ ਕੰਨ ਵਿੱਚ ਪਾਉਣੀ ਹੈ। ਪਹਿਲੀ ਆਵਾਜ਼ ਤੇ ਗੁੜਤੀ ਦੇ ਮੱਥੇ ਲੱਗਣ ਵਾਲੀਆਂ ਸਿੰਘਣੀਆਂ ਹੋਣ। ਬੱਚਿਆਂ ਦੀ ਪਾਲਣਾ ਪੋਸਣਾ ਵੀ ਚੰਗੇ ਪੁਰਖ ਜੋ ਸਿੱਖ ਹੋਣ, ਇਸ ਕਰਕੇ ਖਿਡਾਵੇ ਨਾਲ ਵੀ ਖਿਆਲ ਹੋਣਾ ਚਾਹੀਦਾ। ਹੁਣ ਅੱਜ ਕੱਲ੍ਹ ਹਸਪੀਟਲਾਂ ਦੇ ਵਿੱਚ ਬੱਚਿਆਂ ਦੇ ਜਨਮ ਹੁੰਦੇ ਨੇ, ਇਸ ਕਰਕੇ ਉੱਥੇ ਜੇ ਮਾਤਾ ਚਾਹੇ ਤਾਂ ਬਾਅਦ ਦੇ ਵਿੱਚ ਜਦੋਂ ਦੁੱਧ ਪਿਆਉਣ ਤੋਂ ਪਹਿਲਾਂ ਵੀ ਵਾਹਿਗੁਰੂ ਵਾਹਿਗੁਰੂ ਥੋੜਾ ਥੋੜਾ ਨਾਲ ਨਾਲ ਕਰਦੇ ਰਹਿਣਾ ਚਾਹੀਦਾ, ਤਾਂ ਕਿ ਬੱਚੇ ਦੇ ਉੱਤੇ ਜਿਹੜਾ ਵੀ ਮਿਲਣ ਜਾਂਦਾ ਉਹ ਵੀ ਵਾਹਿਗੁਰੂ ਵਾਹਿਗੁਰੂ ਕਰੇ ਜਾਂ ਮੂਲ ਮੰਤਰ ਦਾ ਪਾਠ ਕਰੇ। ਬਹੁਤੀਆਂ ਜ਼ਿਆਦਾ ਗੱਲਾਂ ਕਰਨੀਆਂ ਉਹ ਨਹੀਂ ਜ਼ਿਆਦਾ ਕਰਨੀ ਚਾਹੀਦੀਆਂ, ਉਹਦਾ ਮਾੜਾ ਅਸਰ ਪੈਂਦਾ। ਮੱਤੇ ਪਿੰਡ ਵਿੱਚ ਪ੍ਰਚਾਰ ਕਰਦਿਆਂ ਸੰਤਾਂ ਨੇ ਕਿਹਾ ਸੀ ਕਿ ਫਰੀਦਕੋਟੀਏ ਦੇ ਖਿਲਾਵੇ ਅੰਗਰੇਜ਼ ਹਨ, ਇਸ ਕਰਕੇ ਉਹ ਬੱਚੇ ਅੰਗਰੇਜ਼ ਖਿਆਲ ਦੇ ਹੋਣਗੇ। ਜਿਨ੍ਹਾਂ ਦੇ ਪਾਲਕ ਸਿੱਖ ਹਨ ਉਹਨਾਂ ਦੇ ਖਿਆਲ ਵੀ ਸਿੱਖੀ ਦੇ ਹੋਣਗੇ, ਇਸ ਕਰਕੇ ਬੱਚਿਆਂ ਦੇ ਖਿਲਾਵੇ ਸਿੱਖ ਹੋਣੇ ਚਾਹੀਦੇ ਨੇ। ਖਿਲਾਵੇ ਗੁਰਮਤਿ ਦਾ ਪ੍ਰਚਾਰ ਕਰਨਗੇ ਤਾਂ ਬੱਚਿਆਂ ਤੇ ਚੰਗਾ ਅਸਰ ਪਵੇਗਾ, ਮਾੜੇ ਖਿਲਾਵੇ ਹੋਣ ਕਰਕੇ ਮਾੜਾ ਅਸਰ ਹੋਵੇਗਾ। ਇਸ ਪ੍ਰਕਾਰ ਜਦੋਂ ਸੰਤਾਂ ਨੇ ਪ੍ਰਚਾਰ ਕੀਤਾ, ਪ੍ਰੈਜ਼ੀਡੈਂਟ ਇੰਦਰ ਸਿੰਘ ਇਹ ਪਟਿਆਲੇ ਵਾਲੇ ਰਾਜੇ ਦੇ ਪ੍ਰੈਜ਼ੀਡੈਂਟ ਸੀ। ਇਹਦੇ ਬੱਚਿਆਂ ਦੇ ਪਾਲਕ ਅੰਗਰੇਜ਼ ਸਨ। ਇਹਨੇ 500 ਸਿਪਾਹੀ ਲੈ ਕੇ ਮੱਤੇ ਆ ਘੇਰਾ ਪਾਇਆ, ਕਹਿੰਦਾ ਮੈਂ ਕੈਦ ਕਰ ਸਕਦਾ। ਸਾਰਾ ਪਿੰਡ ਡਾਂਗਾ ਚੁੱਕ ਕੇ ਆ ਕੇ ਪੈ ਗਿਆ। ਸੰਤ ਸੱਚਾ ਪ੍ਰਚਾਰ ਕਰਦੇ ਸੀ, ਤੂੰ ਕੌਣ ਹੈ? ਸੰਤਾਂ ਨੂੰ ਕੈਦ ਕਰਨ ਵਾਲਾ ਮਾਫੀ ਮੰਗ ਕੇ ਗਿਆ ਸੀ। ਫਿਰ ਇਸ ਪ੍ਰਕਾਰ ਜੇ ਸਿੱਖੀ ਖਿਆਲ ਪੈਦਾ ਕਰਨੇ ਹੋਣ ਤਾਂ ਖਿਲਾਵੇ ਸਿੱਖੀ ਖਿਆਲ ਵਾਲੇ ਹੋਣੇ ਚਾਹੀਦੇ, ਮਨਮੱਤੀਏ ਨਾ ਹੋਣ, ਉੱਚੇ ਜੀਵਨ ਵਾਲੇ ਹੋਣ ਤਾਂ ਸਿੱਖੀ ਦੇ ਸੰਸਕਾਰ ਪੈਦਾ ਹੁੰਦੇ ਨੇ। ਸਾਧ ਸੰਗਤ ਜੀ, ਅੱਗੇ ਜੋ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ, ਵਿਦਿਆ ਸੰਸਕਾਰ ਬਖਸ਼ਿਸ਼ ਕੀਤਾ ਹੈ ਕਿ ਦੁਨੀਆ ਅੰਦਰ ਵਿਦਿਆ ਦੀ ਵਡਿਆਈ ਬਹੁਤ ਵੱਡੀ ਮੰਨੀ ਹੈ ਕਿ ਵਿਦਿਆ ਜਿਹੜੀ ਸਭ ਪੁਰਖਾਂ ਦੇ ਤਾਂ ਹੀ ਸੁਖਦਾਇਕ ਹੈ। ਜਿੱਥੇ ਧਨੀ ਵੀ ਪਹੁੰਚ ਨਹੀਂ ਸਕਦਾ ਉੱਥੇ ਵਿਦਵਾਨ ਪੁਰਖ ਪਹੁੰਚ ਸਕਦਾ। ਇਹ ਵਿਦਿਆ ਦੀ ਵਡਿਆਈ ਦੱਸੀ ਆ
ਮਹਾਂਪੁਰਖਾਂ ਨੇ। ਇਹ ਵਿਦਿਆ ਪੁਰਖ ਦੀ ਮਾਤਾ ਪਿਤਾ ਦੀ ਨਿਆਈ ਰੱਖਿਆ ਕਰਨ ਵਾਲੀ ਮੰਨੀ ਹੈ, ਸੰਬੰਧੀਆਂ ਦੀ ਨਿਆਈ ਪਿਆਰ ਕਰਨ ਵਾਲੀ ਮੰਨੀ ਹੈ ਅਤੇ ਵਿਦਿਆ ਹਰ ਤਰ੍ਹਾਂ ਕਰਕੇ ਪੁਰਖ ਦੀ ਸਹਾਇਤਾ ਕਰਨ ਵਾਲੀ ਮੰਨੀ ਹੈ। ਇਹ ਇੱਕ ਤਾਂ ਰੁਜ਼ਗਾਰ ਕਰਨ ਵਾਲੀ ਵਿਦਿਆ ਹੁੰਦੀ ਹੈ। ਰੁਜ਼ਗਾਰ ਕਰਨ ਵਾਸਤੇ ਅੰਗਰੇਜ਼ੀ ਫਾਰਸੀ ਹਿੰਦੀ ਪੜ੍ਹ ਲੈਣੀ, ਸੋ ਇਹਨਾਂ ਵਿਦਿਆ ਕਰਕੇ ਜੀਵਨ ਦਾ ਸੋਹਣੇ ਤਰੀਕੇ ਨਾਲ ਸੋਹਣਾ ਰੁਜ਼ਗਾਰ ਹੋ ਸਕਦਾ। ਕੋਈ ਵਪਾਰ ਕਰਦਾ, ਕੋਈ ਨੌਕਰੀ ਕਰਦਾ, ਕੋਈ ਕਿਸੇ ਪ੍ਰਕਾਰ ਸੁਦਾਗਰੀ ਨਾਲ ਯਤਨ ਕਰਕੇ ਬੜੇ ਲਾਭ ਉਠਾਉਂਦੇ ਨੇ, ਪਰ ਇਹ ਲਾਭ ਸੰਸਾਰ ਵਿੱਚ ਹੀ ਰਹਿ ਜਾਂਦੇ ਨੇ। ਅੰਤ ਨੂੰ ਪਰਲੋਕ ਵਿੱਚ ਇਹਨਾਂ ਚੀਜ਼ਾਂ ਵਿੱਚੋਂ ਕੋਈ ਸਹਾਇਤਾ ਨਹੀਂ ਕਰਦੀ। ਸਿਰਫ ਮਾਇਆ ਕਮਾਉਣ ਵਿੱਚ ਅਤੇ ਆਪਣੇ ਰੁਜ਼ਗਾਰ ਵਾਸਤੇ ਸੰਬੰਧੀਆਂ ਦੇ ਵਿਆਹ ਸ਼ਾਦੀਆਂ ਵਿੱਚ ਉਹ ਪਦਾਰਥ ਖਰਚਦਾ ਰਹਿੰਦਾ ਅਤੇ ਕੋਈ ਖੋਟੇ ਪੁਰਖ ਪਦਾਰਥਾਂ ਨੂੰ ਕਮਾ ਕੇ ਆਪਣੀ ਜ਼ਿੰਦਗੀ ਨੂੰ ਅਮਲਾਂ ਬੈਲਾਂ ਵਿੱਚ ਲਾ ਕੇ ਤੇ ਕਈ ਲੋਕਾਂ ਨਾਲ ਛਲ ਕਰਕੇ ਬਤੀਤ ਕਰ ਜਾਂਦੇ ਨੇ ਸਾਰੀ ਜ਼ਿੰਦਗੀ। ਇਸੇ ਪ੍ਰਕਾਰ ਪੁਰਖ ਮਾਇਆ ਇਕੱਠੀ ਕਰਦਾ ਕਰਦਾ ਥੈਲੀਆਂ ਬਣਾਉਣਾ ਇਹਨਾਂ, ਪਰ ਸਤਿਗੁਰਾਂ ਦਾ ਬਚਨ ਹੈ, ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਉਸ ਵਕਤ ਮਹਾਰਾਜ ਸਾਹਿਬ ਜੀ ਉਸ ਤੋਂ ਖੋਹ ਕੇ ਹੋਰ ਕਿਸੇ ਨੂੰ ਥੈਲੀ ਮਾਇਆ ਦੀ ਦੇ ਦਿੰਦੇ ਨੇ। ਅਜਿਹੀ ਹਾਲਤ ਹੁੰਦੀ ਹੈ ਦੁਨੀਆ ਦੀ ਵਿਦਿਆ ਨੂੰ ਪੜ੍ਹ ਕੇ, ਜੋ ਲੋਕ ਸਿਰਫ ਪਦਾਰਥਾਂ ਵਿੱਚ ਲੱਗਦੇ ਨੇ। ਇਸ ਕਰਕੇ ਇਹ ਜਿਹੜੀ ਵਿਦਿਆ ਦੁਨੀਆ ਦੇ ਕੰਮਾਂ ਨੂੰ ਚਲਾਉਣ ਵਾਸਤੇ, ਰਾਜਨੀਤਿਕ ਵਿਦਿਆ, ਵੈਦਿਕ ਵਿਦਿਆ ਤੇ ਵੇਦ ਸ਼ਾਸਤਰਾਂ ਨੂੰ ਪੜ੍ਹ ਕੇ ਦੁਨੀਆ ਅੰਦਰ ਆਪਣੀ ਪ੍ਰਭਤਾ ਦੀ ਇੱਛਾ ਰੱਖਣੀ। ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰਾਣਾਯਾਮ ਕਰਕੇ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਲੋਕਾਂ ਨੂੰ ਕੁਝ ਦਾ ਕੁਝ ਕਰਕੇ ਵਿਖਾ ਦੇਣਾ, ਇਸ ਗੱਲ ਵਿੱਚ ਵੀ ਪੂਜਾ ਦੀ ਹੀ ਇੱਛਾ ਬਣੀ ਰਹਿੰਦੀ ਹੈ। ਇਸ ਪ੍ਰਕਾਰ ਦੀਆਂ ਜੋ ਵਿਦਿਆ ਨੇ ਉਹ ਸਰੀਰ ਦੇ ਨਾਲ ਹੀ ਕੰਮ ਆਉਂਦੀਆਂ ਨੇ। ਸੋ ਮਹਾਰਾਜ ਨੇ ਫਰਮਾਇਆ, ਜੀਵਤ ਚਲਤ ਜਗਤ ਕੇ ਕਾਜਾ ਸਵਾਂਗ ਦੇ ਕਰ ਪੂਜਤ ਰਾਜਾ। ਜਿਉਂਦਿਆਂ ਦੇ ਕੰਮ ਦੁਨੀਆ ਵਿੱਚ ਚੱਲ ਜਾਂਦੇ ਨੇ, ਉਹਨਾਂ ਦੇ ਸਵਾਂਗ ਦੇ ਕੇ ਰਾਜੇ ਵੀ ਸੇਵਕ ਬਣ ਜਾਂਦੇ, ਪੂਜਣ ਲੱਗ ਪੈਂਦੇ। ਇਹੋ ਜਿਹੀ ਹਾਲਤ ਹੁੰਦੀ। ਪਰ ਸਾਡੀ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਵਿਦਿਆ ਇਹ ਦੱਸੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਜੇ ਵਿਚਾਰਨੀ ਹੈ ਤਾਂ ਪਰਉਪਕਾਰ ਕਰਨਾ ਚਾਹੀਦਾ। ਜਿਹਨੇ ਪਰਉਪਕਾਰ ਕਰਨਾ ਕੀਤਾ ਉਹਨੇ ਸਾਰੀਆਂ ਵਿਦਿਆ ਵਿਚਾਰ ਲਈਆਂ ਨੇ। ਪਰਉਪਕਾਰੀ ਗੁਰਾਂ ਦੇ ਸੇਵਕਾਂ ਨੂੰ ਕੋਈ ਕਮੀ ਨਹੀਂ ਰਹਿੰਦੀ। ਪਰਉਪਕਾਰੀ ਪੁਰਸ਼ਾਂ ਨੂੰ ਸਭ ਹੁਨਰ ਆਉਂਦੇ ਨੇ, ਸਭ ਵਿਦਿਆ ਆਉਂਦੀਆਂ ਨੇ। ਜੋ ਵਿਦਿਆ ਪੜ੍ਹ ਕੇ ਪਰਉਪਕਾਰ ਨਾ ਕਰੇ ਤਾਂ ਵਿਦਿਆ ਪੜ੍ਹੀ ਦਾ ਕੋਈ ਲਾਭ ਨਹੀਂ ਹੁੰਦਾ। ਉਹ ਜਿਵੇਂ ਸਾਧ ਸੰਗਤ ਜੀ ਨਾਰਦ ਮੁਨੀ ਨੇ 75,000 ਤੱਕ ਵਿਦਿਆ ਪੜ੍ਹੀ ਸੀ। ਸਨਕਾਦਿਕਾਂ ਨੇ ਪੁੱਛਿਆ ਤਾਂ ਕਿਹਾ, ਮੈਂ ਮਹਾਰਾਜ ਦੁਨੀਆ ਦੀ ਵਿਦਿਆ ਮੁਕਾ ਦਿਆਂਗਾ। 14 ਵਿਦਿਆ ਗਾਉਣ ਦੀ ਜਿਹੜੀ ਹੁੰਦੀ ਹੈ, ਇੱਕ ਪਹਿਲੀ ਵਿਦਿਆ ਵਜਾਉਣ ਦੀ, ਨਿਰਤਕਾਰੀ ਆਦਿਕ ਦੀ, ਜਲ ਵਿੱਚ ਤਰਨ ਦੀ, ਸਾਰੀ ਵਿਦਿਆ ਆਉਂਦੀਆਂ। ਵੇਦ ਸ਼ਾਸਤਰ ਆਦਿਕ ਖਾਟੰਗਾਂ ਦੀਆਂ ਸਾਰੀਆਂ ਵਿਦਿਆ ਮੈਂ ਪੜ੍ਹਦਾ। ਸੋ ਇਸ ਪ੍ਰਕਾਰ ਦੇ ਵਿਚਾਰ ਸੁਣ ਕੇ ਸੰਕਾਦਕਾਂ ਨੇ ਕਿਹਾ, ਹੇ ਨਾਰਦ ਮੁਨੀ, ਤੂੰ ਤਾਂ ਵਿਦਿਆ ਦਾ ਇੱਕ ਲੜ ਚੁੱਕ ਕੇ ਵੀ ਨਹੀਂ ਦੇਖਿਆ। ਤੂੰ ਕਹਿੰਦਾ ਮੈਂ ਸਾਰੀ ਵਿਦਿਆ ਮੁਕਾ ਦਿਆਂਗਾ, ਪੂਰੀ ਕਰ ਦਾਂਗੇ। ਆਉਂ ਵਿਦਿਆ ਮੁੱਕਣ ਵਾਲੀ ਚੀਜ਼ ਨਹੀਂ ਹੈ। ਤੈਨੂੰ ਪੂਰੀ ਵਿਦਿਆ ਦਾ ਕੀ ਪਤਾ ਲੱਗਣਾ? ਫਿਰ ਮਹਾਰਾਜ ਸ਼ਾਂਤੀ ਕਿਉਂ ਨਹੀਂ ਆਉਂਦੀ? ਸੰਕਾਦਕਾਂ ਨੇ ਕਿਹਾ, ਨਾਰਦ ਤੂੰ ਸ਼ਾਂਤੀ ਵਾਲੀ ਵਿਦਿਆ ਪੜ੍ਹੀ ਹੀ ਨਹੀਂ, ਇਸ ਕਰਕੇ ਤੈਨੂੰ ਸ਼ਾਂਤੀ ਪ੍ਰਾਪਤ ਹੋਵੇ ਉਹ ਵਿਦਿਆ ਪੜ੍ਹਨ ਦੀ ਤੈਨੂੰ ਲੋੜ ਸੀ।